रब्बुल आलमीन ने इल्म, हिकमत, दानाई भूख और सफर में पोशीदा कर दी। लोग इसे अपने ही शहर में पेट भर कर तलाश करते हैं, भला कैसे पाएंगे। लोग फ्रांस से अब ज़्यूरिख स्विट्ज़रलैंड की तरफ जा रहे हैं। हमारी 6 घंटे और 30 मिनट की ड्राइव रहती है। 8 दोस्तों, अजीम सूफ़ी बुज़ुर्ग सैयद अली हजवेरी रहमतुल्लाह अलैह अल मारूफ दाता साहब फरमाते हैं कि रब्बुल आलमीन ने इल्म, हिकमत, दानाई भूख और सफ़र में पोशीदा कर दी। लोग इसे अपने ही शहर में पेट भर कर तलाश करते हैं, भला कैसे पाएंगे। दोस्तों, हम लोग फ्रांस से गुजर रहे थे कि खाना खाने के लिए हलाल फूड की तलाश में एक टर्किश रेस्टोरेंट पर रुके, जहां पर हमारी मुलाकात एक पाकिस्तानी शख्स से हुई जो 1974 से फ्रांस में मुकीम है। हम तहे दिल से उनकी मेहमान नवाजी के शुक्रगुजार हैं। हुसैन शाह साहब ने 45 सालों में फ्रांस को कैसा पाया, क्या सीखा और नौजवानों के लिए क्या नसीहत करते हैं, आए उन्हीं की जुबानी सुनते हैं। ज़्यूरिख स्विट्ज़रलैंड के रास्ते में जाते हुए ये रोड है, ऑफ रोड है। ये टर्किश रेस्टोरेंट की तरफ जा रहे हैं। रास्ते में भूख लगी है तो हम लोग टर्किश रेस्टोरेंट ढूंढ रहे हैं। जून 15 और टाइम हुआ है तकरीबन 9 बज गए हुए हम लोगों को। यहाँ से हमारा सफ़र जो है वो आलमोस्ट 6 घंटे का है। बहुत खूबसूरत रास्ता है। एक टर्किश रेस्टोरेंट है। हमने सर्च किया गूगल से, उसको कॉल किया है तो टर्की में बोली है कि आप आ जाएं। तो हम लोग रेस्टोरेंट की तरफ जा रहे हैं। ये ऑफ द रोड है मेन से, तो ये उस तरफ हम लोग जा रहे हैं। लेट्स सी व्हाट विल बी द एक्सपीरियंस। यार हलाल फूड तो गूगल से सर्च किया तो ये रेस्टोरेंट मिला। अब यहाँ आए तो अब टर्किश बोलने की प्रॉब्लम थी, लेकिन इत्तेफाक से हमें शाह साहब हुसैन शाह साहब से मुलाकात हुई यहाँ पे। हुसैन शाह साहब से अब थोड़ा सा इंटरव्यू लेते हैं ताकि हम सब लोग इनके एक्सपीरियंस से और तजर्बे से फ़ायदा उठाएं। शाह साहब, तुसी कितनी देर ਦੇ ਇੱਥੇ ਰਹਿ ਰਹੇ ਹੋ? मैं फर्स्ट टाइम आया सन 1974 ਦੇ ਵਿੱਚ 1974 ਚ ਜੀ। ਤੇ ਫਿਰ ਮੈਂ 5 ਸਾਲ ਰਹਿ ਕੇ ਤੇ ਪਾਕਿਸਤਾਨ ਚਲਾ ਗਿਆ। जी जी 79 मैंने शादी की थी माशाल्लाह। ਤੇ ਫਿਰ 79 6 ਮਹੀਨੇ ਬਾਅਦ ਫਿਰ ਮੈਂ ਆ ਗਿਆ। जी जी ਉਸ ਤੋਂ ਬਾਅਦ ਫਿਰ ਮੈਂ ਜਰਮਨੀ ਚਲਾ ਗਿਆ। जी जी ਜਰਮਨੀ ਫਿਰ ਮੈਂ 2 ਸਾਲ ਆਏ, ਉੱਥੇ ਵੀ ਉਹਦੇ ਕਾਗਜ਼ ਫਿਰ ਵੀ ਨਹੀਂ ਬਣੇ। ਫਿਰ ਮਤਲਬ 81 ਵਿੱਚ ਮੈਂ ਫਿਰ ਵਾਪਸ ਪਾਕਿਸਤਾਨ ਚਲਾ ਗਿਆ।
ਤੇ ਫਿਰ 81 ਦੇ ਵਿੱਚ ਮੈਂ ਫਿਰ ਵਾਪਸ ਆ ਗਿਆ ਫਰਾਂਸ ਦੇ ਵਿੱਚ ਤੇ ਉਸ ਵਕਤ ਪ੍ਰੈਜ਼ੀਡੈਂਟ ਸੀ ਮਿਤਰਾਂ ਜਿਹੜਾ ਉਸ ਵਾਰ ਇਲੈਕਸ਼ਨ ਹੋਈ ਸੀ ਉਸ ਤੋਂ ਪਹਿਲਾਂ ਜਿਸਕਾਰਡ ਸੀ ਜਿਸਕਾਰਡ ਜਿਹੜਾ ਹਾਰ ਗਿਆ ਤੇ ਮਿਤਰਾਂ ਜਿਹੜਾ ਫਿਰ ਬਣ ਗਿਆ ਸ਼ਾਹ ਸਾਹਿਬ ਇਹ ਜਿਹੜਾ ਪਿੰਡ ਹੈ ਇਹਦਾ ਨਾਮ ਕੀ ਹੈ ਇਹਦਾ ਨਾਮ ਰੋਮੀਲੀ ROMI ਇਹ ਪੈਰਿਸ ਫਰਾਂਸ ਚ ਹੀ ਆਉਂਦਾ ਨਾ ਜੀ ਨਾ ਇਹ ਆਉਂਦਾ ਹੈ ਇਹਦੇ ਵਿੱਚ ਸ਼ੈਂਪਾਈਨ ਆਰਦਨ ਇਹਦਾ ਰੀਜਨ ਹੈ ਜਿਹੜਾ ਅੱਛਾ ਜੀ ਇਹ ਫਰਾਂਸ ਚ ਨਹੀਂ ਹੈ ਨਹੀਂ ਹੈ ਫਰਾਂਸ ਹੈ ਲੇਕਿਨ ਉਹਦੇ ਵਿੱਚ ਪੈਰਿਸ ਦਾ ਰੀਜਨ ਚ ਨਹੀਂ ਆਉਂਦਾ ਇਹ ਸ਼ੈਂਪਾਈਨ ਆਰਦਨ ਡਿਪਾਰਟਮੈਂਟ ਜਿਹੜਾ ਨੰਬਰ 10 ਹੈ ਰੋਮੀਲੀ ਸੋਰਸੈਨ ਅਸੀਂ ਇਹਨੂੰ ਪੋਸਟਲ ਐਡਰੈਸ ਲਿਖਾਂਗੇ 10100 ਸ਼ਾਹ ਸਾਹਿਬ ਦੱਸ ਰਹੇ ਸਨ ਕਿ ਇਹ 14000 ਦੀ ਆਬਾਦੀ ਹੈ ਜਿਹਦੇ ਵਿੱਚ ਮੁਸਲਮਾਨਾਂ ਦੀ ਆਬਾਦੀ ਤਕਰੀਬਨ 1.5-2 ਇੱਥੇ ਮੈਜੋਰਿਟੀ ਹੈ ਉਹ ਮਾਰੋਕੋ ਦੀ ਹੈ ਮਾਰੋਕੋ ਦੀ ਜੀ ਮੁਸਲਿਮ ਉਸ ਤੋਂ ਬਾਅਦ ਫਿਰ ਅਲਜਜ਼ਾਇਰ ਦੀ ਹੈ ਉਸ ਤੋਂ ਬਾਅਦ ਫਿਰ ਟਿਊਨਿਸ ਦੀ ਹੈ ਜੀ ਤੇ ਅਸੀਂ ਪਾਕਿਸਤਾਨੀ ਫੈਮਲੀਆਂ ਜਿਹੜੀਆਂ ਟੋਟਲ ਜਿਹੜੀਆਂ ਅਸੀਂ ਇੱਥੇ ਆਪਣੇ 4 ਤੇ 2 ਫੈਮਲੀਆਂ ਲੈ ਤੀਸਰਾ ਜਿਹੜਾ ਉਹਨੇ ਮਤਲਬ ਵੀ ਉਹ ਐਸੇ ਤਰ੍ਹਾਂ ਹੀ ਹੈ ਮਤਲਬ ਹੈ ਉਹਦੀ ਫੈਮਲੀ ਇੱਥੇ ਨਹੀਂ ਚੌਥਾ ਹੀ ਗਲਗਿਤ ਦਾ ਬੰਦਾ ਜਸਬ ਇਸ ਜਗ੍ਹਾ ਦੀ ਤੁਹਾਨੂੰ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਇੰਪ੍ਰੈਸ ਕੀਤਾ ਹੈ ਇਸਦਾ ਨਿਜ਼ਾਮ ਇਹਦਾ ਸਿਸਟਮ ਐਜੂਕੇਸ਼ਨ ਕਿਹੜੀ ਚੀਜ਼ ਐਸੀ ਜਿਹੜੀ ਤੁਸੀਂ ਸਮਝਦੇ ਹੋ ਕਿ ਤੁਸੀਂ ਵਾਕਈ ਇੰਪ੍ਰੈਸ ਹੋਏ ਉਹਦੇ ਤੋਂ ਔਰ ਤੁਸੀਂ ਤੁਹਾਨੂੰ ਮੁਤਾਸਰ ਕੀਤਾ ਹੈ ਸਾਨੂੰ ਸਭ ਤੋਂ ਜ਼ਿਆਦਾ ਇੰਪ੍ਰੈਸ ਇੱਥੇ ਹੋਏ ਨੇ ਕਿ ਸਾਨੂੰ ਝੂਠ ਨਹੀਂ ਬੋਲਣਾ ਕਰਨਾ ਮਾਸ਼ਾਅੱਲਾ ਸਮਝੇ ਜੀ ਨਹੀਂ ਸਾਡੇ ਮੁਲਕ 4 ਵਾਰ ਝੂਠ ਬੋਲਣਾ ਪੈਂਦਾ ਇੱਥੇ ਸੱਚਾਈ ਦੇ ਉੱਪਰ ਇਹਨਾਂ ਦੀ ਬਿਲਡਿੰਗ ਤਿਆਰ ਹੋਈ ਹੈ ਤੇ ਇਸ ਵਜ੍ਹਾ ਨਾਲ ਇਹਨਾਂ ਦੀ ਬੁਨਿਆਦਾਂ ਬਣੀਆਂ ਮਜ਼ਬੂਤ ਹੈ ਸਾਡੀਆਂ ਜਿਹੜੀਆਂ ਮਤਲਬ ਬੁਨਿਆਦਾਂ ਕਮਜ਼ੋਰ ਨੇ ਝੂਠ ਬੋਲਦੇ ਹਰ ਗੱਲ ਨੇ ਝੂਠ ਬੋਲੀ ਤੇ ਸੱਚਾਈ ਤੋਂ ਅਸੀਂ ਦੱਸਦੇ ਹਾਂ ਸ਼ਾਹ ਸਾਹਿਬ ਉਹ ਇੱਕ ਬੰਦਾ ਆਇਆ ਸੀ ਨਾ ਰਸੂਲੁੱਲਾਹ ਸੱਲੱਲਾਹੁ ਅਲੈਹਿ ਵਸੱਲਮ ਦੀ ਪਾਕ ਜ਼ਾਤ ਕੋਲ ਤੇ ਉਹਨੇ ਆ ਕੇ ਪੁੱਛਿਆ ਸੀ ਕਿ ਯਾ ਰਸੂਲੁੱਲਾਹ ਮੈਨੂੰ ਤੁਸੀਂ ਇੱਕ ਚੀਜ਼ ਦੱਸੋ ਜਿਹੜੀ ਮੈਂ ਅਮਲ ਕਰਾਂ ਤੇ ਮੈਂ ਆਪਨੇ ਫਰਮਾਇਆ ਕਿ ਤੂੰ ਝੂਠ ਨਾ ਬੋਲੀ ਤੇ ਉਹਦੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹਨੇ ਨਮਾਜ਼ ਨਾ ਪੜ੍ਹੀ ਜ਼ੋਰ ਮਾਸ਼ਾਅੱਲਾ ਯਾਨੀ ਸਾਰੀਆਂ ਬਿਮਾਰੀਆਂ ਦਾ ਇਲਾਜ ਹੈ ਇਟਸ ਅ ਟ੍ਰੀਟਮੈਂਟ ਹਰ ਡਿਜ਼ੀਜ਼ ਦਾ ਇਲਾਜ ਔਰ ਮੈਂ ਸਮਝਦਾ ਸ਼ਾਹ ਸਾਹਿਬ ਕਿ ਅਗਰ ਇਹ ਇੱਕ ਸਿਫਤ ਸਾਡੀ ਪਾਕਿਸਤਾਨੀ ਕੌਮ 'ਚ ਸ਼ਾਮਲ ਹੋ ਜਾਏ ਹੁਣ ਸਾਰੀ ਜ਼ਿੰਦਗੀ ਤੁਸੀਂ ਬਾਹਰ ਗੁਜ਼ਾਰੀ ਹੈ ਪੈਰਿਸ 'ਚ ਜੌਬ ਕੀਤੀ ਤੇ ਬਾਹਰ ਕੋਈ ਨੌਕ ਕਰਦੇ ਹਨ ਅਸੀਂ ਕਹਿੰਦੇ ਬੱਚੇ ਨੂੰ ਕਹਿ ਰਹੀ ਪਾਪਾ ਕੋਈ ਨਹੀਂ ਕੰਮ ਪਹਿਲਾ ਲੈਸਨ ਅਸੀਂ ਉਹਨੂੰ ਮਤਲਬ ਹੈ ਝੂਠ ਦਾ ਕਿਜ਼ਬ ਦਾ ਸਿਖਾਉਂਦੇ ਝੂਠ ਦਾ ਅਰਬੀ 'ਚ ਕਿਜ਼ਬ ਵੀ ਕਹਿੰਦੇ ਉੱਥੋਂ ਸਟਾਰਟ ਹੁੰਦਾ ਹੈ ਬੱਚੇ ਵਿੱਚ ਝੂਠ ਮਾਰਦੇ ਹਨ ਉਹ ਫਿਰ ਸੁਸਾਇਟੀ ਅਫਰਾਦ ਨਾਲ ਸੁਸਾਇਟੀ ਬਣਦੀ ਫਰਜ਼ ਅਫਰਾਦ ਦੀ ਸੁਸਾਇਟੀ ਔਰ ਮਾਸ਼ਰਾ ਕਾਇਮ ਹੁੰਦਾ ਹੈ ਉਹ ਫਿਰ ਮੁਲਕ ਬਣਦੇ ਹਨ ਰੀਜਨ ਬਣਦੇ ਹਨ ਤਾਂ ਉਹਨਾਂ ਦਾ ਫਿਰ ਦੇਖ ਇਹ ਹੁਣ ਨਵਾਜ਼ ਸ਼ਰੀਫ ਦਾ ਕੇਸ ਹੈ ਉਹਨੇ ਪੁੱਛਿਆ ਇਹ ਤੂੰ ਕਿਸ ਤਰ੍ਹਾਂ ਜਦੋਂ ਸਿੱਧਾ ਦੱਸ ਹੋਈ ਹੈ ਮੇਰੇ ਕੋਲ ਕਸੂਰ ਹੋਇਆ ਮੇਰੇ ਮਾਫ ਕਰ ਦਿਓ ਅੱਲਾ ਤੇ ਮੈਂ ਦੋਲ ਦਿਨ ਤੇ ਖਤਮ ਹੋ ਜਾਂਦੀ ਕਹਾਣੀ ਅੱਜ ਉਸ ਕਹਾਣੀ ਨੂੰ ਕਰਦਿਆਂ ਪਤਾ ਨਹੀਂ ਉਹ ਕਲਸੂਮ ਦੇ ਸਿਰ ਜਾ ਪਿਆ ਵਿਚਾਰੀ ਪੋਲਿਟਿਕਸ ਤੇ ਝੂਠ ਹੀ ਹੈ ਨਾ ਜੀ ਪਾਕਿਸਤਾਨ 'ਚ ਲੇਕਿਨ ਸ਼ਾਹ ਸਾਹਿਬ ਇਹ ਤੁਸੀਂ ਵੈਸੇ ਅੱਛੀ ਗੱਲ ਕੀਤੀ ਕਿ ਇਸ ਜਗ੍ਹਾ ਤੇ ਸਾਨੂੰ ਝੂਠ ਨਹੀਂ ਬੋਲਣਾ ਪੈਂਦਾ ਇਹ ਲੋਕ ਸੱਚੇ ਸਮਝੋ ਚਾਹੀਦੇ ਨੇ ਉਹਨਾਂ ਸੱਚ ਦੱਸੀਦਾ ਮੇਰੇ ਹਾਲਾਤ ਨੇ ਇਹ ਚੀਜ਼ ਹੈ ਜੀ ਉਹ ਹਰ ਬਜਾਏ ਦੇ ਕਿ ਤੁਹਾਨੂੰ ਮਤਲਬ ਹੈ ਵੀ ਐਗਰੈਸਿਵਲੀ ਟਰੀਟ ਕਰਨ ਉਹ ਤੁਹਾਨੂੰ ਹੈਲਪਫੁਲ ਹੁੰਦੇ ਨੇ ਤੁਹਾਨੂੰ ਉਹ ਦੱਸਦੇ ਨੇ ਵੀ ਇਹਦਾ ਰਸਤਾ ਸੱਚਾਈ ਜੀ ਸ਼ਾਹ ਸਾਹਿਬ ਹੁਣ ਤੁਸੀਂ ਰਿਟਾਇਰਮੈਂਟ ਦੀ ਲਾਈਫ ਗੁਜ਼ਾਰ ਰਹੇ ਹੋ ਨਾ ਸਾਰੀ ਜ਼ਿੰਦਗੀ ਜੌਬ ਕੀਤੀ 3 ਸਾਲ ਔਰ ਇਹ ਰਿਟਾਇਰਮੈਂਟ ਦੀ ਲਾਈਫ ਦੇ ਵਿੱਚ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਜਿਹੜੇ ਰਿਸੋਰਸਿਸ ਨੇ ਉਹ ਕਿਸ ਤਰ੍ਹਾਂ ਪੂਰੇ ਹੋ ਰਹੇ ਨੇ ਜਾਂ ਤੁਹਾਡੀ ਪੈਨਸ਼ਨ ਹੈ ਜਾਂ ਤੁਹਾਡਾ ਕਿਸ ਤਰ੍ਹਾਂ ਸਿਲਸਿਲਾ ਚੱਲ ਰਿਹਾ ਪੈਨਸ਼ਨ ਮੈਨੂੰ ਬੈਨੀਫਿਟਸ ਕੀ ਨੇ 올ਡ ਏਜ ਦੇ ਇੱਥੇ 올ਡ ਏਜ ਦੇ ਇਹ ਹੈ ਕਿ ਹਰ ਉਹ ਆਦਮੀ ਫਰਾਂਸ ਦੇ ਵਿੱਚ ਜਿਹਨੂੰ 10 ਸਾਲ ਹੋ ਗਏ ਲੇਕਿਨ ਅਗਰ ਉਹ ਲੀਗਲ ਤਰੀਕੇ ਨਾਲ ਰਹਿ ਰਹੇ 10 ਸਾਲ ਹੋ ਗਏ ਉਮਰ ਉਹਦੀ 65 ਸਾਲ ਹੈ ਇੱਕ ਦਿਨ ਵੀ ਕੰਮ ਨਹੀਂ ਕੀਤਾ ਉਹਨੂੰ 800 ਯੂਰੋ ਦੇਣ 800 ਯੂਰੋਸ ਜੀ ਇਹ ਮਿਨੀਮਮ ਜਿਹੜੀ ਇਹਨਾਂ ਦਾ ਹੈ ਮੰਥਲੀ ਹਰ ਆਦਮੀ ਦੀ ਪਲੱਸ ਤੁਸੀਂ ਅਗਰ ਮਕਾਨ 'ਚ ਰਹਿੰਦੇ ਹੋ ਮਤਲਬ 200 ਕਿਰਾਇਆ ਦਿੰਦੇ ਹੋ ਤੁਹਾਨੂੰ 250 ਉਹਦਾ ਦੇਣਗੇ ਮੈਡੀਕਲ ਤੁਹਾਡਾ ਫ੍ਰੀ ਹੈ ਇਹ ਉਸ ਆਦਮੀ ਵਾਸਤੇ ਜਿਹਨੇ ਜ਼ਿੰਦਗੀ 'ਚ ਕੰਮ ਨਹੀਂ ਕੀਤਾ ਲੇਕਿਨ ਮੈਡੀਕਲ ਕਿਹਦਾ ਹੈ ਇੱਥੇ ਮੈਡੀਕਲ ਹਰ ਚੀਜ਼ ਤੁਹਾਨੂੰ ਫ੍ਰੀ ਹੈ ਔਰ ਜਿਹੜਾ ਬੰਦਾ ਕੰਮ ਕਰਦਾ ਰਿਹਾ ਉਹਦੀ ਓਬਵੀਅਸਲੀ ਪੈਨਸ਼ਨ ਦਾ ਵੀ ਹੋਏਗਾ ਔਰ ਉਹਦਾ ਤਰੀਕਾਕਾਰ ਇਹ ਹੈ ਕਿ ਸਭ ਤੋਂ ਪਹਿਲਾਂ ਇਹਨਾਂ ਨੇ ਕੀਤਾ ਸੀ ਕਿ 4 ਪੁਆਇੰਟ ਲੱਗਦੇ ਇੱਕ ਟ੍ਰਿਮੈਸਟਰ ਦਾ 1 ਪੁਆਇੰਟ 40 ਸਾਲ ਕੰਮ ਹੋਣਾ ਚਾਹੀਦਾ 160 ਤੁਹਾਡਾ ਟ੍ਰਿਮੈਸਟਰ ਹੋਣਾ ਚਾਹੀਦਾ ਉਹਨੂੰ ਕਹਿੰਦੇ ਨੇ ਕਿ ਉਹ ਤੁਹਾਨੂੰ ਮੁਕੰਮਲ ਤੁਹਾਡੀ ਪੈਨਸ਼ਨ ਲੱਗੇਗੀ ਅਸਾਂ ਤਾਂ ਕੀਤੇ 20 ਸਾਲ ਸਾਡੀ ਤਾਂ ਉਸ 'ਚ ਨਹੀਂ ਆਉਂਦੀ ਅਸਾਂ ਫਿਰ ਦੂਏ ਖਾਤੇ 'ਚ ਆਉਂਦੇ ਫਿਰ ਇਹਨਾਂ ਨੇ ਕੀਤੀ ਹੈ ਕਿ ਇੱਕ ਇਹਨਾਂ ਦੀ ਸੀਲਿੰਗ ਹੈ ਇਹਨਾਂ ਦੀ ਸੀਲਿੰਗ ਹੈ 1200 ਅਗਰ ਮੀਆਂ ਬੀਵੀ ਕਪਲ ਵਿੱਚ ਰਹਿ ਰਹੇ ਉਹਨਾਂ ਨੂੰ 1200 ਦੇਣਾ ਪਾਇਆ ਉਹਨੇ ਕੰਮ ਕੀਤਾ ਜਾਂ ਨਹੀਂ
ਸਮਝੇ ਮੁਆਸ਼ਰੇ ਦੇ ਵਿੱਚ ਇਕੁਇਲਿਬਰੀਅਮ ਰੱਖਣ ਵਾਸਤੇ ਬੈਲੈਂਸ ਜੀ ਸਮਝੇ ਕਿਉਂਕਿ ਜਿਸਲੇ ਬੈਲੈਂਸ ਨਹੀਂ ਹੁੰਦਾ ਤਾਂ ਉਸ ਮੁਆਸ਼ਰੇ ਦੇ ਵਿੱਚ ਫਿਰ ਉਹ ਡਿਸਆਰਡਰ ਆ ਜਾਂਦੇ ਹਾਂ ਉਹ ਡਿਸਟਰੋਰਟਡ ਹੋ ਜਾਂਦਾ ਹੈ, तो ਉਹਦੇ ਵਿੱਚ ਖਰਾਬੀਆਂ ਪੈਦਾ ਹੋ ਜਾਂਦੀਆਂ, ਉਹ ਚੋਰੀ ਕਰੇਗਾ, ਬੇਈਮਾਨੀ ਕਰੇਗਾ, ਸਮਝੇ ਜੀ। ਜਿੱਦਾਂ ਇਸਲਾਮ ਦੇ ਵਿੱਚ ਇਹ ਹੈ ਕਿ ਪਹਿਲਾਂ ਤਾਂ ਹੱਥ ਕੱਪੜੇ ਪਹਿਲਾਂ ਦੇਖੋ ਵੀ ਤੁਸੀਂ ਉਹਨੂੰ ਦਿੱਤਾ ਵੀ ਕੁਝ ਹੈ ਹੀ ਇਹ ਜੀ ਹਾਂ ਪਹਿਲਾਂ ਉਹਨੂੰ ਦਿਓ, ਡਿਸਟ੍ਰੀਬਿਊਸ਼ਨ ਕਰੋ। ਜਿਸ ਤਰ੍ਹਾਂ ਕਿ ਇੰਗਲੈਂਡ ਵਿੱਚ ਇਹ ਇੱਥੇ ਯੂਰਪ ਸਾਰਾ ਹੀ ਸਿਸਟਮ ਹੈ, ਜਿतने बड़े मुल्क इटली का नहीं, बेल्जियम, हॉलैंड, ये ऐसे मुल्क हैं जिसमें उन्होंने बराबर की सतह से हर आदमी रखी। हर आदमी तो सैंडविच भी खा सकता है, अच्छे रेस्टोरेंट क्लासिक भी जा सकता है, गड्डी भी रख सकता है, मतलब सारी सहूलतां मुयसर है। ਲੇਕਿਨ ਸ਼ਾਹ ਸਾਹਿਬ ਇਹ ਜਿਸ ਜਗ੍ਹਾ ਤੁਸੀਂ ਰਹਿ ਰਹੇ ਹੋ ਇੱਕ ਵਿਲੇਜ ਹੈ, ਇਹ ਕਾਫੀ ਦੂਰ ਹੈ ਮੇਨ ਆਬਾਦੀਆਂ ਤੋਂ, ਇੱਥੇ ਰਹਿਣ ਦੀ ਕੋਈ ਖਾਸ ਵਜ੍ਹਾ, ਇੱਥੇ ਕਾਸਟ ਆਫ ਲਿਵਿੰਗ ਮੇਰਾ ਜਿਹੜਾ ਸੀ ਦੇਖੋ ਮੈਂ ਤੇ ਸਾਰੀ ਉਮਰ ਪੈਰਿਸ ਗੁਜ਼ਾਰੀ ਤੇ ਮੈਂ ਛੱਡ ਕੇ ਚਲਾ ਗਿਆ ਸੀ, ਮੈਂ ਫਰਾਂਸ ਚਲਾ ਗਿਆ ਸੀ ਕਿ ਬੱਚੇ ਆਉਣਗੇ ਖਰਾਬ ਹੋਣਗੇ, ਇੱਥੇ ਦਾ ਕਲਚਰ ਤੇ ਧੂੜ ਹੀ ਚਲੋ ਧੂੜ ਪੈਰਾਂ ਤੇ ਪੈਂਦੀ ਹੈ, ਜੇ ਆਪਕੋ ਬਚ ਜਾਏ तो पानी चाह रहे हो आपको पैर गिले ना होने की नामुमकिन नहीं। लिहाजा खदशात सन की वजह तो मैं मतलब मैं फिर चला गया पाकिस्तान में 92 के मेरा बिजनेस ही गौरमेंट्स था ਤੇ ਮੈਂ ਮਤਲਬ ਦੁਕਾਨਾਂ ਸਣੇ ਤੇ ਕਿਹੜੀ ਜਗ੍ਹਾ ਤੇ ਤੁਸੀਂ ਪਾਕਿਸਤਾਨ ਤੋਂ? ਜੇਲਮ ਦੇ ਮਾਸ਼ਾਅੱਲਾ ਫੌਜੀਆਂ ਦਾ ਇਲਾਕਾ ਹੈ ਨਾ ਬਜ਼ਾਈ ਸਾਰੇ ਆਰਮੀ ਤੇ ਫਿਰ ਤੁਸੀਂ ਡਿਸਾਈਡ ਕੀਤਾ ਕਿ ਵਾਪਸ ਆਣਾ ਹੈ? नहीं मैं नहीं सी आना चाहता ये जैसे क्योंकि इतनी काफ़ी फैमिली है, ये 4 मेरे थे मतलब है मतलब मेरी वाइफ के भाई ते इस तो अलावा 2 भांजे हैं, मेरा भाई है वो इंग्लैंड चला गया चलो एशफोर्ड ते वो फिर एक फ्रेंच कंपनी सी पहला इतने काम करते सन, वो भी गारमेंट्स का इतने ख़त्म हो गया जो चाइना का यानी हमला होया तो पता ही बड़ा ਔਰ ਮੁਸਲਿਮ ਕਮਿਊਨਿਟੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ 1000-1500 ਦੀ ਆਬਾਦੀ ਇੱਥੇ ਇਹਨਾਂ ਲੋਕਾਂ ਦਾ ਤੁਹਾਡੇ ਨਾਲ ਰਵੱਈਆ ਜਾਂ ਇਹਨਾਂ ਲੋਕਾਂ ਦਾ ਆਪਸ ਵਿੱਚ ਮੈਂ 10 ਸਾਲ ਹੋ ਗਏ ਮੇਰੇ ਨਾਲ ਕਿਸੇ ਨੂੰ ਕਦੀ ਵੀ ਨਹੀਂ ਰਿਸਪੈਕਟ ਕਰਦੇ ਨੇ ਰਿਲੀਜਨ ਦੀ ਵਜ੍ਹਾ ਹੈ ਕਿ ਵਨ ਸ਼ੁੱਡ ਨੋ ਹਾਊ ਟੂ ਲਿਵ ਇਨ ਸੋਸਾਇਟੀ। ਪਹਿਲੀ ਚੀਜ਼ ਤੁਹਾਡੇ ਪਰ ਤੁਸੀਂ ਹੁਣ ਕਿਸੇ ਨੂੰ ਗਲਤ ਗੱਲ ਦੇਖੋਗੇ ਤਾਂ ਉਹਨੇ ਤੁਹਾਨੂੰ ਰਿਐਕਸ਼ਨ ਵਿੱਚ ਉਹੀ ਕਰਨਾ, ਤੁਸੀਂ ਯਾਰ ਹੈ ਬੰਦਾ ਪਹੁੰਚੂ ਗੁੱਡ ਮਾਰਨਿੰਗ वही तो गुड मॉर्निंग इखलाक और इस्लाम फैलिया भी इखलाक ना इखलाक है आसान मिनकुम नासिम मिन इखलाक बेशक तुमसे बेहतर वही जो इखलाक में इखलाक ਤੁਹਾਡੇ ਗਲਤ ਨਹੀਂ ਇਹ ਤੁਹਾਡੇ ਕੋਲ ਵੈਪਨ ਅਗਰ ਹੈ ਤੁਸੀਂ ਕਿਹਦੇ ਨਾ ਖਾਓ ਅਲਹਮਦੁਲਿਲਾ ਇਹ ਸਭ ਤੋਂ ਵੱਡਾ ਯਾਨੀ ਤੁਹਾਡੇ ਕੋਲ ਵੈਪਨ ਤੇ ਰਿਟਾਇਰਮੈਂਟ ਦੀ ਸ਼ਾਸਬ ਲਾਈਫ ਕਿਸ ਤਰ੍ਹਾਂ ਗੁਜ਼ਰਦੀ ਹੈ ਤੁਹਾਡੀ? ਹਾਲੀ ਮੇਰੇ ਸਿਰ 2 ਬੱਚੇ ਨੇ ਤੇ ਉਹ ਹੁਣ ਹੋਏ 18 ਦੇ ਤੇ ਉਹਨਾਂ ਦੀ ਹੁਣ ਹੈ ਜ਼ਿੰਮੇਵਾਰੀ ਉਹ ਮਤਲਬ ਇੱਕ ਨੂੰ ਮੈਂ ਲਾਇਸੈਂਸ ਵੀ ਦੇ ਡਰਾਈਵਿੰਗ ਦਾ ਕਰ ਰਿਹਾ ਤੇ ਉਹ ਪੜ੍ਹ ਰਿਹਾ ਇਹਦੇ ਵਿੱਚ ਇਲੈਕਟ੍ਰੋਨਿਕ ਨਿਊਮੈਰਿਕ ਵਿੱਚ ਪ੍ਰੋਫੈਸ਼ਨਲ ਸਕੂਲ ਹੈ ਤੇ ਦੂਸਰਾ ਜਿਹੜਾ ਉਹ ਐਡਮਿਨਿਸਟ੍ਰੇਸ਼ਨ ਤੇ ਇਹਦੇ ਵਿੱਚ ਬਿਊਰੋ ਸ਼ੀਰੋ ਦੇ ਕੰਮ ਮਾਸ਼ਾਅੱਲਾ। ਉਹ ਮੇਰਾ ਹੁਣ ਜਿਹੜਾ ਇਹਨਾਂ ਨੂੰ ਮਤਲਬ ਲਾਇਸੈਂਸ ਵਗੈਰਾ ਹੋ ਜਾਣ ਨੇ ਉਸ ਤੋਂ ਬਾਅਦ ਫਿਰ ਆਪੇ 18 ਦੇ ਹੋਣਗੇ, ਫਿਰ ਉਹਨਾਂ ਦਾ ਚਾਹੇ ਸਾਡੀ ਜ਼ਿੰਮੇਵਾਰੀ 18 ਤੱਕ ਕਿ ਇਹਨਾਂ ਨੂੰ ਸਹੀ ਰਾਸਤੇ 'ਤੇ ਚਲਾਉਣਾ, ਇਹ ਚੀਜ਼ਾਂ ਸਹੀ ਨੇ ਇਹ ਗਲਤ ਨੇ ਦੈਨ ਦੇ ਔਨ ਲਾਈਫ ਉਹਨਾਂ ਦਾ ਆਪਣਾ ਅੱਗੇ ਨੂੰ ਕਰਨਾ। ਸ਼ਾਹ ਸਾਹਿਬ ਕੀ ਐਡਵਾਈਸ ਕਰੋਗੇ ਯੰਗ ਜਨਰੇਸ਼ਨ ਨੂੰ, ਪਾਕਿਸਤਾਨੀ ਆਵਾਮ ਨੂੰ ਜਾਂ ਪਾਕਿਸਤਾਨੀ ਆਵਾਮ ਵਾਸਤੇ ਤਾਂ ਇਹ ਹੀ ਹੈ ਕਿ ਉਹ ਕਾਇਦੇ ਆਜ਼ਮ ਕਹਿੰਦੇ ਸਨ ਮਿਹਨਤ ਮਿਹਨਤ ਔਰ ਮਿਹਨਤ, ਇਹ ਤਾਂ ਲਾਜ਼ਮੀ ਹੈ ਮਿਹਨਤ ਸਮਝੇ। ਇਹਦਾ ਅੱਲਾਹ ताला ने भी किया था वो अगले दिन मैं पढ़ रहा था दवा क्या करेगी जब अल्लाह ने कानून बना दिए कॉन्स्टिट्यूशन, तो कॉन्स्टिट्यूशन को जो है ना उस पर अमल करो। अल्लाह का कॉन्स्टिट्यूशन तो पता ही है खाली दुआ नाल नहीं, ਉਹਦੇ ਜਿਹੜਾ हदीस भी है, अहले बैत दी लाइक भी है जिन्होंने इस्लाम दे चले इस वास्ते नहीं उन्होंने किया भी है उन्होंने मैं नहीं उन्होंने इज्जत दिया उन्होंने इतराम क्योंकि उन्होंने दसिया जो कि पाक दी लाइफ ਨੂੰ अपनाया चले आज उन्होंने दरूद भी भेजा जाता सब कुछ होंगे क्यों होंगे यही वजूहत ये चीज़ों मतलब देखना चाहिए। बहुत शुक्रिया शाह साहब, मेहनत जी है लाजमी है, थैंक यू। लेकिन सिर्फ आपको दुआवां नाल ना दुआवां नाल क्यों नहीं चलेगा, उस कॉन्स्टिट्यूशन पर चलना पड़ेगा। थैंक यू। दोस्तों कतील शफाई कहते हैं कि क्या कम है करम ये अपनों का, पहचानने वाला कोई नहीं, जो देश में भी परदेसी हैं उन हम वतनों की याद आई।